सत श्री अकाल। ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਪ੍ਰੀਤਮ ਸਿੰਘ ਸਫੀਰ ਦੁਆਰਾ ਰਚਿਤ ਕਵਿਤਾ ਕਿਸੇ ਦੇ ਖੂਨ ਚੋਂ ਦੀ ਵਿਆਖਿਆ ਕਰਨ ਲਈ ਹਾਜ਼ਰ ਹੋਏ ਹਾਂ। ਇਸ ਤੋਂ ਪਹਿਲਾਂ ਕਿ ਇਹ ਲੈਕਚਰ ਸ਼ੁਰੂ ਕੀਤਾ ਜਾਵੇ, ਚੈਨਲ ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਦਾ ਬਟਨ ਵੀ ਦਬਾ ਸਕਦੇ ਹੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵੀ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਹੁਣ ਤੱਕ ਜਾਰੀ ਕੀਤੀਆਂ ਲੈਕਚਰ ਲੜੀਆਂ ਵੀ ਸੁਣਦੇ ਰਹਿਣਾ ਅਤੇ ਆਪਣੀ ਕਲਾਸ ਦੇ ਸਿਲੇਬਸ ਸੰਬੰਧੀ ਸੰਪੂਰਨ ਜਾਣਕਾਰੀ ਹਾਸਿਲ ਕਰਦੇ ਰਹਿਣਾ। ਨਾਲ ਹੀ ਸਾਹਿਤਕ ਸੱਤ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਨਾ ਨਾ ਭੁੱਲਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਪ੍ਰੀਤਮ ਸਿੰਘ ਸਫੀਰ ਦੁਆਰਾ ਰਚਿਤ ਇਹ ਕਵਿਤਾ ਕਿਸੇ ਦੇ ਖੂਨ ਚੋਂ। ਇਸ ਕਵਿਤਾ ਦੇ ਵਿੱਚ ਪ੍ਰੀਤਮ ਸਿੰਘ ਸਫੀਰ ਨੇ ਸਾਡੇ ਸਰਮਾਏਦਾਰੀ ਸਿਸਟਮ ਭਾਵ ਜੋ ਪੂੰਜੀਪਤੀ ਵਰਗ ਹੈ, ਜੋ ਧਨਾੜ ਲੋਕ ਹਨ, ਜੋ ਸਰਮਾਏਦਾਰ ਹਨ, ਉਹਨਾਂ ਨੂੰ ਸੰਬੋਧਨ ਕੀਤਾ ਹੈ। ਉਹਨਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਵੀ ਕਹਿ ਰਿਹਾ ਹੈ ਕਿ ਕਿਸੇ ਦੇ ਖੂਨ ਚੋਂ ਨਿਖਰਿਆ ਹੈ ਤੇਰੀ ਪਗੜੀ ਦਾ ਸਫੈਦ ਕਮਲ। ਕਿਸੇ ਦੇ ਖੂਨ ਚੋਂ ਭਾਵ ਉਹ ਜੋ ਤੇਰੇ ਘਰ ਦੇ ਵਿੱਚ ਮਿਹਨਤ ਮੁਸ਼ੱਕਤ ਕਰਨ ਵਾਲੇ ਇਸ ਸਮਾਜ ਦਾ ਜੋ ਕਿਰਤੀ ਵਰਗ ਹੈ, ਜੋ ਕਾਮਾ ਵਰਗ ਹੈ, ਜੋ ਨਿਰੰਤਰ ਮਿਹਨਤ ਕਰਦਾ ਹੈ ਔਰ ਉਸ ਮਿਹਨਤ ਦਾ ਮੁੱਲ ਉਸ ਨੂੰ ਨਹੀਂ ਮਿਲਦਾ, ਪਰ ਜੋ ਸਰਮਾਏਦਾਰ ਹਨ, ਜੋ ਪੂੰਜੀਵਾਦੀ ਸ਼ਕਤੀਆਂ ਹਨ, ਉਹਨਾਂ ਦੇ ਘਰ ਨਿਰੰਤਰ ਪਦਾਰਥਕ ਖੁਸ਼ਹਾਲੀਆਂ ਦੇ ਨਾਲ ਭਰਦੇ ਜਾਂਦੇ ਹਨ। ਉਹਨਾਂ ਦੀ ਜੋ ਰਹਿਣੀ ਸਹਿਣੀ ਜਿਹੜੀ ਹੈ ਹਮੇਸ਼ਾ ਨਵੇਂ ਤੋਂ ਨਵਾਂ ਮੁਕਾਮ ਹਾਸਲ ਕਰਦੀ ਜਾਂਦੀ ਹੈ। ਇਸ ਲਈ ਕਵੀ ਉਹਨਾਂ ਨੂੰ ਸੰਬੋਧਿਤ ਹੁੰਦਾ ਹੋਇਆ ਕਹਿ ਰਿਹਾ ਹੈ ਕਿ ਕਿਸੇ ਦੇ ਖੂਨ ਚੋਂ ਨਿਖਰਿਆ ਹੈ ਤੇਰੀ ਪਗੜੀ ਦਾ ਸਫੈਦ ਕਮਲ। ਭਾਵ ਜੋ ਤੂੰ ਆਪਣੀ ਸਿਰ ਦੀ ਪਗੜੀ ਦੇ ਉੱਤੇ ਇਹ ਜੋ ਦੌਲਤ ਵਾਲਾ ਤਾਜ ਧਾਰਨ ਕੀਤਾ ਹੋਇਆ ਹੈ, ਇਸ ਦੇ ਵਿੱਚ ਨਿਖਾਰ, ਜਿਵੇਂ ਚਿੱਟਾ ਕੱਪੜਾ ਹੈ, ਜੇਕਰ ਅਸੀਂ ਉਸਨੂੰ ਟੀਨੋ ਪਾਲ ਲਾ ਦਿੰਦੇ ਹਾਂ ਤਾਂ ਉਹ ਹੋਰ ਵੀ ਨਿਖਰ ਜਾਂਦਾ ਹੈ। ਠੀਕ ਇਸੇ ਤਰ੍ਹਾਂ ਜੋ ਸਰਮਾਏਦਾਰੀ ਸ਼ਕਤੀਆਂ ਹਨ, ਉਹਨਾਂ ਨੇ ਜੋ ਤਾਜ ਧਾਰਨ ਕੀਤੇ ਹਨ, ਉਹਨਾਂ ਦੇ ਵਿੱਚ ਨਿਰੰਤਰ ਨਿਖਾਰ ਆਉਂਦਾ ਜਾ ਰਿਹਾ ਹੈ ਔਰ ਉਹਨਾਂ ਦੇ ਸਿਰ ਉੱਤੇ ਧਾਰਨ ਕੀਤੀਆਂ ਹੋਈਆਂ ਇਹ ਜੋ ਤਾਜ ਰੂਪੀ ਪਗੜੀਆਂ ਹਨ, ਉਹ ਨਿਰੰਤਰ ਫੁੱਲਾਂ ਵਾਂਗ ਟਹਿਕ ਰਹੀਆਂ ਹਨ, ਮਹਿਕ ਰਹੀਆਂ ਹਨ। ਉਹਨਾਂ ਦੇ ਵਿੱਚ ਨਿਰੰਤਰ ਇੰਨਾ ਖੇੜਾ ਜਾਂ ਇੰਨਾ ਨਿਖਾਰ ਕਿਉਂ ਆ ਰਿਹਾ ਹੈ? ਕਿਉਂਕਿ ਉਹ ਹਰ ਪਲ ਅਮੀਰ ਹੁੰਦੇ ਜਾ ਰਹੇ ਹਨ, ਪਰ ਜੋ ਕਿਰਤੀ ਵਰਗ ਹੈ, ਜੋ ਹੱਥੀਂ ਮਿਹਨਤ ਕਰਨ ਵਾਲਾ ਵਰਗ ਹੈ, ਉਹ ਨਿਰੰਤਰ ਹੱਕ ਸੱਚ ਦੀ ਕਮਾਈ ਕਰਦਿਆਂ ਹੋਇਆਂ, ਖੂਨ ਪਸੀਨੇ ਦੀ ਕਮਾਈ ਕਰਦਿਆਂ ਹੋਇਆਂ ਦਿਨੋਂ ਦਿਨ ਗਰੀਬ ਹੁੰਦਾ ਜਾ ਰਿਹਾ ਹੈ। ਉਹ ਗਰੀਬ ਕਿਉਂ ਹੁੰਦਾ ਜਾ ਰਿਹਾ ਹੈ? ਕਿਉਂਕਿ ਉਹਨਾਂ ਦੀ ਮਿਹਨਤ ਦੀ ਕਮਾਈ ਜਿਹੜੀ ਹੈ ਉਹ ਇਹਨਾਂ ਪੂੰਜੀਪਤੀਆਂ ਦੇ ਘਰ ਭਰ ਰਹੀ ਹੈ। ਸੋ ਕਵੀ ਕਹਿ ਰਿਹਾ ਹੈ ਕਿ ਪਰਾਏ ਖੂਨ ਵਿੱਚ ਰੰਗੀ ਹੈ ਤੇਰੇ ਮਹਿਲਾਂ ਦੀ ਨੁਹਾਰ। ਤੇਰੇ ਜੋ ਸਿਰ ਦੇ ਉੱਤੇ ਦੌਲਤ ਦਾ ਤਾਜ ਹੈ, ਇਹਦੇ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ, ਤੂੰ ਪ੍ਰਗਤੀ ਕਰ ਰਿਹਾ ਹੈ ਨਿਰੰਤਰ, ਔਰ ਜੋ ਤੂੰ ਮਹਿਲ ਮਾੜੀਆਂ ਉਸਾਰ ਲਏ ਹਨ, ਇੰਨੀ ਸਮਾਜ ਦੇ ਵਿੱਚ ਵਧੀਆ ਦਿੱਖ ਤੇਰੀ ਨੁਹਾਰ, ਭਾਵ ਤੇਰੇ ਮਹਿਲਾਂ ਦੀ ਜਿਹੜੀ ਦਿੱਖ ਹੈ ਇੰਨੀ ਖੂਬਸੂਰਤ ਹੈ, ਸੋਹਣੀ ਹੈ, ਸੁੰਦਰਤਾ ਦੇ ਨਾਲ ਭਰਪੂਰ ਹੈ। ਪਰ ਵਾਸਤਵਿਕਤਾ ਇਹ ਹੈ ਕਿ ਇਹਨਾਂ ਦੀਆਂ ਨੀਹਾਂ ਜਿਹੜੀਆਂ ਨੇ ਉਹ ਕਿਰਤੀ ਵਰਗ ਦੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਉਸਰੀਆਂ ਹੋਈਆਂ ਹਨ। ਤੂੰ ਹੱਸਣਾ ਏ ਬੜਾ ਸੁਲਝਿਆ ਹਾਸਾ। ਤੇਰੇ ਚਿਹਰੇ ਦੇ ਉੱਤੇ ਜੋ ਖੇੜਾ ਹੈ, ਜੋ ਇੱਕ ਖੁਸ਼ੀ ਹੈ, ਜੋ ਰੌਣਕ ਹੈ, ਜੋ ਨੂਰ ਹੈ, ਜੋ ਬੜਾ ਸੁਲਝਿਆ ਹੋਇਆ ਤੂੰ ਹਾਸਾ ਹੱਸਦਾ ਹੈ, ਮੁਸਕਾਨ ਹੈ ਤੇਰੇ ਚਿਹਰੇ ਦੇ ਉੱਤੇ, ਇੱਕ ਰੱਜੀ ਹੋਈ ਰੂਹ ਵਾਂਗ ਤੂੰ ਨਜ਼ਰ ਆਉਂਦਾ ਹੈ, ਉਹ ਸਿਰਫ ਦਿਖਾਵਾ ਹੈ। ਇਸ ਦੇ ਪਿੱਛੇ ਬੱਝੀ ਹੈ ਰੋ ਰਹੇ ਮਿਹਨਤ ਮਾਰਿਆਂ ਦੀ ਕਤਾਰ। ਉਹ ਮਿਹਨਤ ਮਾਰੇ ਲੋਕ ਜੋ ਨਿਰੰਤਰ ਖੂਨ ਪਸੀਨਾ ਬਹਾ ਰਹੇ ਹਨ, ਪਰ ਫਿਰ ਵੀ ਉਹਨਾਂ ਨੂੰ ਭਰ ਪੇਟ ਰੋਟੀ ਵੀ ਨਸੀਬ ਨਹੀਂ ਹੁੰਦੀ। ਉਹ ਇੱਕ ਤਰ੍ਹਾਂ ਦੇ ਨਾਲ ਨਿਕਰਮੇ ਮਿਹਨਤ ਦੇ ਮਾਰੇ ਹੋਏ ਲੋਕ ਹਨ, ਸਤਾਏ ਹੋਏ ਦੁਖੀ ਲੋਕ ਹਨ, ਜਿਨ੍ਹਾਂ ਦੀ ਜੋ ਖੂਨ ਪਸੀਨੇ ਦੀ ਕਮਾਈ ਹੈ ਤੂੰ ਨਿਰੰਤਰ ਹੜੱਪਦਾ ਜਾ ਰਿਹਾ ਹੈ। ਤੇਰੇ ਚਿਹਰੇ 'ਤੇ ਨੂਰ, ਖੁਸ਼ੀਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ, ਪਰ ਉਹਨਾਂ ਦੇ ਦਿਲ ਵੀ ਰੋ ਰਹੇ ਹਨ, ਉਹਨਾਂ ਦੀ ਆਤਮਾ ਵੀ ਰੋ ਰਹੀ ਹੈ। ਕਿਉਂ? ਕਿਉਂਕਿ ਉਹ ਆਪਣੇ ਬੱਚਿਆਂ ਦੀਆਂ ਜੋ ਰੋਜ਼ਮर्रा ਦੀਆਂ ਜ਼ਰੂਰਤਾਂ ਨੇ ਉਹ ਵੀ ਪੂਰੀਆਂ ਕਰ ਸਕਣ ਦੇ ਸਮਰੱਥ ਨਹੀਂ ਹਨ। ਕਿਸੇ ਦੀ ਧੀ ਪਰਣਾਈ ਗਈ ਅੱਧੀ ਸ਼ਟਾਂਕ ਚਾਂਦੀ ਦਾ ਦਾਜ ਲੈ ਕੇ। ਇਹ ਜੋ ਨਿਰੰਤਰ ਖੂਨ ਪਸੀਨਾ ਵਹਾਉਂਦੇ ਹਨ, ਆਪਣੀ ਕਮਾਈ ਕਰਦੇ ਹਨ, ਮਿਹਨਤ ਕਰਦੇ ਹਨ, ਇਹਨਾਂ ਦੇ ਘਰ
ਜੋ ਬੱਚੇ ਹਨ ਉਹਨਾਂ ਦੀਆਂ ਖੁਸ਼ੀਆਂ ਦੇ ਉੱਤੇ ਫਿਰ ਵੀ ਗ੍ਰਹਿਣ ਹੀ ਲੱਗਿਆ ਰਹਿੰਦਾ ਹੈ। ਕਿਸੇ ਦੀ ਧੀ, ਇਹਨਾਂ ਦੀਆਂ ਧੀਆਂ ਜੋ ਹਨ ਪਰਣਾਈ ਗਈ ਤੋਂ ਭਾਵ ਵਿਆਹੀ ਗਈ, ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਜਦੋਂ ਨਵ ਜੀਵਨ ਦਾ ਆਗਾਜ਼ ਕਰਦੇ ਹਨ ਤੇ ਅੱਧੀ ਛਟਾਂਕ ਚਾਂਦੀ, ਛਟਾਂਕ ਤੋਂ ਭਾਵ ਹੈ ਕਿ ਜੋ ਇੱਕ ਜਿਵੇਂ ਕਿਲੋ ਹੁੰਦਾ ਹੈ ਅੱਜ ਕੱਲ੍ਹ, ਪੁਰਾਣੇ ਸਮੇਂ ਦੇ ਵਿੱਚ ਸੇਰ ਹੁੰਦੇ ਸਨ, ਜਿਵੇਂ ਕਿਲੋ ਜਾਂ ਸੇਰ ਦਾ ਜੋ ਚੌਥਾ ਹਿੱਸਾ ਹੈ ਉਸਨੂੰ ਪਾਈਆ ਕਿਹਾ ਜਾਂਦਾ ਹੈ, ਤੇ ਛਟਾਂਕ ਪਾਈਆ ਦਾ ਵੀ ਅੱਗੋਂ ਫਿਰ ਚੌਥਾ ਹਿੱਸਾ ਹੈ। ਭਾਵ ਨਾਮ ਮਾਤਰ ਜੋ ਦਹੇਜ ਕਹਿ ਸਕਦੇ ਹਾਂ ਅਸੀਂ, ਕਿ ਨਾਮ ਮਾਤਰ ਧਨ ਦੌਲਤ ਦੇ ਨਾਲ ਉਹ ਨਿਰੰਤਰ ਮਿਹਨਤ ਕਰਨ ਦੇ ਬਾਵਜੂਦ ਵੀ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਪੂਰੀਆਂ ਨਹੀਂ ਕਰ ਸਕਦੇ, ਤੇ ਉਸ ਦੇ 30 ਸਾਲਾਂ ਦੇ ਪਸੀਨੇ ਨੇ, ਪਰ ਉਹ ਨਿਰੰਤਰ ਤੇਰੇ ਘਰ ਦੇ ਵਿੱਚ 30 ਸਾਲਾਂ ਤੋਂ ਇਸ ਧਰਤੀ ਦੇ ਉੱਤੇ ਖੂਨ ਪਸੀਨਾ ਆਪਣਾ ਬਹਾ ਰਿਹਾ ਹੈ, ਮਿਹਨਤ ਕਰ ਰਿਹਾ ਹੈ, ਹੱਡ ਭੰਨਵੀਂ ਮਿਹਨਤ ਕਰ ਰਿਹਾ ਹੈ, ਪਰ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਪੂਰੀਆਂ ਨਹੀਂ ਕਰ ਸਕਿਆ। ਤੇ ਤੇਰੀ ਰਾਣੋ ਨੂੰ ਦਿੱਤਾ ਹੈ ਭਖ ਦਾ ਜੌਬਨ, ਪਰ ਇਹਨਾਂ ਦੀ ਨਿਰੰਤਰ ਕੀਤੀ ਜਾ ਰਹੀ ਮਿਹਨਤ ਦੇ ਉੱਤੇ ਪਲ ਕੌਣ ਰਹੇ ਹਨ? ਧਨਾਡਾਂ ਦੇ ਪੂੰਜੀਪਤੀਆਂ ਦੇ ਬੱਚੇ। ਤੇਰੀ ਰਾਣੋ ਨੂੰ ਦਿੱਤਾ ਹੈ ਭਖ ਦਾ ਜੌਬਨ, ਤੇਰੇ ਬੱਚਿਆਂ ਦੇ ਉੱਤੇ ਜੋ ਜਵਾਨੀ ਹੈ, ਜੋ ਸੁੰਦਰਤਾ ਹੈ, ਉਹ ਬੜੀ ਹੁਮਾ ਕੇ ਚੜੀ ਹੈ। ਕਿਉਂ? ਕਿਉਂਕਿ ਉਹ ਨਿਰੰਤਰ ਚੰਗਾ ਖਾਂਦੇ ਹਨ, ਚੰਗਾ ਪਹਿਨਦੇ ਹਨ, ਉਹਨਾਂ ਦੀ ਹਰ ਲੋੜ ਜਿਹੜੀ ਹੈ ਵਕਤ ਸਿਰ ਪੂਰੀ ਹੁੰਦੀ ਹੈ। ਕਿਉਂ ਹੁੰਦੀ ਹੈ? ਕਿਉਂਕਿ ਜੋ ਮਿਹਨਤ ਕਸ਼ ਲੋਕ ਹਨ ਉਹ ਨਿਰੰਤਰ ਮਿਹਨਤ ਕਰਕੇ ਜੋ ਧਨ ਦੌਲਤ ਦੇ ਢੇਰ ਭਾਵ ਅਨਾਜ ਦੇ ਢੇਰ ਉਸਾਰਦੇ ਹਨ, ਉਹਨਾਂ ਦੇ ਉੱਤੇ ਕਬਜ਼ਾ ਤੇਰਾ ਹੁੰਦਾ ਹੈ। ਤੇਰੇ ਬੱਚਿਆਂ ਦੀਆਂ ਖੁਸ਼ੀਆਂ ਤਾਂ ਦੂਣ ਸਵਾਈਆਂ ਹੋ ਰਹੀਆਂ ਹਨ, ਦਿਨੋਂ ਦਿਨ ਵੱਧ ਰਹੀਆਂ ਹਨ, ਪਰ ਗਰੀਬ ਲੋਕਾਂ ਦੇ ਬੱਚੇ ਜਿਹੜੇ ਨੇ ਭੁੱਖ ਦੇ ਨਾਲ ਵਿਲਕ ਰਹੇ ਹਨ। ਤੇਰੀ ਰਾਣੋ ਨੂੰ ਦਿੱਤਾ ਹੈ ਭਖ ਦਾ ਜੋਬਨ, ਪਤਾ ਨਹੀਂ ਕਿਸ ਗੁਨਾਹ ਦਾ ਉਧਾਰ। ਕਵੀ ਕਹਿ ਰਿਹਾ ਹੈ ਕਿ ਪਤਾ ਨਹੀਂ ਉਹਨਾਂ ਮਿਹਨਤ ਕਸ਼ ਲੋਕਾਂ ਨੇ ਇਸ ਜੀਵਨ ਦੇ ਵਿੱਚ, ਜਾਂ ਜਿਸ ਨੂੰ ਕੋਈ ਪਿਛਲਾ ਜੀਵਨ ਵੀ ਕਿਹਾ ਜਾਂਦਾ ਹੈ, ਉਸ ਦੇ ਵਿੱਚ ਕਿਹੜਾ ਅਜਿਹਾ ਗੁਨਾਹ ਕਰ ਲਿਆ ਹੈ, ਕੋਈ ਪਾਪ ਕੀਤਾ ਹੈ ਅਜਿਹਾ ਜਿਸ ਸਦਕਾ ਉਸ ਨੂੰ ਅਜਿਹੀ ਜ਼ਿੰਦਗੀ ਭੋਗਣੀ ਪੈ ਰਹੀ ਹੈ ਕਿ ਸਦਾ ਮਿਹਨਤ ਕਰਨ ਦੇ ਬਾਵਜੂਦ ਵੀ ਢਿੱਡੋਂ ਭੁੱਖਾ ਰਹਿੰਦਾ ਹੈ। ਉਸਦੇ ਬੱਚੇ ਜਿਹੜੇ ਨੇ ਭੁੱਖ ਨਾਲ ਵਿਲਕਦੇ ਹਨ, ਔਰ ਤੇਰੇ ਬੱਚੇ ਜਾਂ ਤੂੰ ਨਿਰੰਤਰ ਵਿਹਲੇ ਰਹਿਣ ਦੇ ਬਾਵਜੂਦ ਵੀ ਹਮੇਸ਼ਾ ਚੰਗਾ ਚੋਖਾ ਖਾਂਦੇ ਹੋ, ਚੰਗਾ ਪਹਿਨਦੇ ਹੋ, ਰੱਜ ਕੇ ਜੀਵਨ ਦੀਆਂ ਖੁਸ਼ੀਆਂ ਮਾਣਦੇ ਹੋ, ਜਿਸ ਸਦਕਾ ਤੁਹਾਡੀ ਜਿਹੜੀ ਜ਼ਿੰਦਗਾਨੀ ਹੈ ਉਹ ਖੁਸ਼ੀਆਂ ਖੇੜਿਆਂ ਦੇ ਨਾਲ ਭਰੀ ਹੋਈ ਹੈ। ਦੇਖ ਜ਼ਰਾ ਆਪਣੇ ਜਿਸਮ ਵੱਲ ਤਾਂ ਦੇਖ। ਫਿਰ ਕਵੀ ਕਹਿ ਰਿਹਾ ਹੈ ਕਿ ਹੇ ਧਨਾਡੋ, ਹੇ ਪੂੰਜੀਪਤੀਓ, ਹੇ ਸਰਮਾਏਦਾਰੀ ਸ਼ਕਤੀਓ, ਵੇਖੋ ਜਰਾ ਆਪਣੇ ਜਿਸਮ ਭਾਵ ਆਪਣੇ ਸਰੀਰ ਵੱਲ ਵੇਖੋ। ਸਿਲਕ ਦੀਆਂ ਅਚਕਨਾਂ ਨੂੰ ਲਾਂਭੇ ਕਰ। ਸਿਲਕ ਦੀਆਂ ਭਾਵ ਰੇਸ਼ਮੀ ਅਚਕਨਾਂ ਜੋ ਵਸਤਰ ਪਹਿਨੇ ਹੋਏ ਹਨ, ਇਹਨਾਂ ਨੂੰ ਪਾਸੇ ਕਰਕੇ ਆਪਣੇ ਸਰੀਰ ਨੂੰ ਤੱਕੋ। ਕੀ ਕੁਝ ਵੱਖਰਾ ਹੈ ਮਿਹਨਤ ਕਸ਼ਾਂ ਤੋਂ ਇਸ ਦਾ? ਕਵੀ ਕੋ ਇੱਥੇ ਸਵਾਲ ਕਰ ਰਿਹਾ ਹੈ ਉਸਨੂੰ ਕਿ ਇੱਕ ਮਿਹਨਤ ਕਸ਼ ਮਨੁੱਖ ਦੇ ਸਰੀਰ ਦੇ ਵਿੱਚ ਤੇ ਤੇਰੇ ਸਰੀਰ ਦੇ ਵਿੱਚ ਕੋਈ ਫਰਕ ਹੈ? ਭਾਵ ਕੁਦਰਤ ਨੇ ਸਭ ਮਨੁੱਖ ਜਿਹੜੇ ਨੇ ਇੱਕੋ ਜਿਹੇ ਪੈਦਾ ਕੀਤੇ ਹਨ, ਪਰ ਤੂੰ ਨਿਰੰਤਰ ਇਹਨਾਂ ਮਿਹਨਤ ਕਸ਼ਾਂ ਦਾ ਸ਼ੋਸ਼ਣ ਕਰਦਿਆਂ ਹੋਇਆਂ ਆਪਣਾ ਜੋ ਵਰਤਮਾਨ ਵੀ ਸਵਾਰ ਰਿਹਾ ਹੈ ਤੇ ਭਵਿੱਖ ਵੀ ਸਵਾਰ ਲਵੇਂਗਾ, ਪਰ ਇਹਨਾਂ ਦਾ ਨਾ ਵਰਤਮਾਨ ਹੈ ਨਾ ਇਹਨਾਂ ਦਾ ਭਵਿੱਖ ਹੈ, ਕਿਉਂਕਿ ਇਹਨਾਂ ਦੇ ਹੱਕ ਸੱਚ ਦੀ ਕਮਾਈ ਦੇ ਉੱਤੇ ਤੂੰ ਨਿਰੰਤਰ ਡਾਕੇ ਮਾਰ ਕੇ ਆਪਣਾ ਘਰ ਭਰਦਾ ਜਾ ਰਿਹਾ ਹੈ। ਕੀ ਕੁਝ ਵੱਖਰਾ ਹੈ ਮਿਹਨਤ ਕਸ਼ਾਂ ਤੋਂ ਉਸਦਾ? ਪਰ ਕੀ ਤੇਰੇ ਸਰੀਰ ਦੇ ਵਿੱਚ ਤੇ ਇਹਨਾਂ ਦੇ ਸਰੀਰ ਦੇ ਵਿੱਚ ਕੋਈ ਫਰਕ ਹੈ? ਭਾਵ ਕੁਦਰਤ ਨੇ ਤੈਨੂੰ ਕੀ ਜਨਮਜਾਤ ਧਨਾੜ ਬਣਾਇਆ ਸੀ, ਕਿ ਜਾਂ ਤੇਰੇ ਸਰੀਰ ਦੇ ਵਿੱਚ ਕੋਈ ਵਿਸ਼ੇਸ਼ ਜੋ ਸੀ ਇੱਕ ਇਹਨਾਂ ਨਾਲੋਂ ਵੱਖਰਾ ਕੋਈ ਜੋ ਹੈ ਬਣਾਵਟ ਤੇਰੀ ਬਣਾਈ ਸੀ, ਜਿਸ ਸਦਕਾ ਤੈਨੂੰ ਰਾਜਗੱਦੀਆਂ ਦੀ ਮਲਕੀਅਤ ਪ੍ਰਾਪਤ ਹੋਏਗੀ, ਤੈਨੂੰ ਧਨਾਡਾਂ ਜਿਹਾ ਜੀਵਨ ਜਿਉਣਾ ਨਸੀਬ ਹੋਵੇਗਾ, ਔਰ ਇਹ ਨਿਰੰਤਰ ਮਿਹਨਤ ਕਰਨ ਦੇ ਬਾਵਜੂਦ ਵੀ ਦੁੱਖਾਂ ਦੇ ਵਿੱਚ ਆਪਣੀ ਜ਼ਿੰਦਗਾਨੀ ਕੱਟ ਜਾਣਗੇ। ਕੀ ਉਹਨਾਂ ਦਾ ਦੁਸ਼ਮਣ ਹੈ? ਫਿਰ ਕਵੀ ਉਸ ਨੂੰ ਪੁੱਛ ਰਿਹਾ ਹੈ ਕਿ ਹੇ ਪੂੰਜੀਪਤੀ ਵਰਗ, ਹੇ ਸਰਮਾਏਦਾਰੋ, ਕੀ ਤੁਸੀਂ ਕਿਰਤੀ ਵਰਗ ਦੇ ਦੁਸ਼ਮਣ ਹੋ ਤੇ ਮੰਗਦਾ ਹੈ ਸਲਾਮ ਉਹਨਾਂ ਤੋਂ ਕਰੋੜ ਵਾਰ? ਤੂੰ ਕਿਉਂ ਚਾਹੁੰਦਾ ਹੈ ਕਿ ਉਹ ਤੇਰੇ ਅੱਗੇ ਹਮੇਸ਼ਾ ਝੁਕ ਕੇ ਰਹਿਣ, ਤੈਨੂੰ ਨਤਮਸਤਕ ਹੋਣ, ਤੈਨੂੰ ਸਲਾਮਾਂ ਕਰਨ, ਭਾਵ ਮਿਹਨਤ ਵੀ ਇਹ ਕਰਨ ਔਰ ਭੁੱਖੇ ਵੀ ਰਹਿਣ, ਤੇ ਫਿਰ ਵੀ ਉਹ ਤੈਨੂੰ ਨਤਮਸਤਕ ਹੋਣ? ਕਿਉਂ ਤੇਰੀ ਅਜਿਹੀ ਬਿਰਤੀ, ਭਾਵ ਉਹਨਾਂ ਦੇ ਪ੍ਰਤੀ ਤੇਰਾ ਅਜਿਹਾ ਨਜ਼ਰੀਆ ਜਾਂ ਅਜਿਹੀ ਸੋਚ ਕਿਉਂ ਹੈ? ਤੂੰ ਕਿਉਂ ਉਹਨਾਂ ਦਾ ਸ਼ੋਸ਼ਣ ਕਰਦਾ ਹੈ? ਕਿਉਂ ਤੂੰ ਉਹਨਾਂ ਨੂੰ ਦਬਾ ਕੇ ਰੱਖਦਾ ਹੈ? ਕੰਬ ਕੰਬ ਆਕਾਸ਼ ਦੀ ਲਾਲੀ ਤੋਂ ਕੰਬ। ਫਿਰ ਕਵੀ ਕਹਿ ਰਿਹਾ ਹੈ ਕਿ ਤੈਨੂੰ ਕੰਬਣਾ ਚਾਹੀਦਾ ਹੈ, ਭਾਵ ਡਰਨਾ ਚਾਹੀਦਾ ਹੈ। ਆਕਾਸ਼ ਦੀ ਲਾਲੀ, ਜਿਸ ਤਰ੍ਹਾਂ
दिन के चढ़ा दे नाल जो है सूरज के विच भी एक लालिमा हुंदी है। वो लालिमा जड़ी है इसका रंग उतरता है तेरे माली दियां अखियां च हर शाम। ते डुबदे हुए सूरज दे जो उस वक्त भी एक लालिमा का जो रूप हुंदा है। हर शाम जो है किरती वर्ग सवेर तो भाव चढ़ते सूरज तो लैके डुबदे सूरज तक वो निरंतर सारा दिन हड्ड भनवी मेहनत करते हैं, पर फिर भी उन्होंने उसके बदले दे विच कोई बहुत जो है दौलत नहीं नसीब हुंदी। इसलिए कवि कह रहा है कि कंब कंब आकाश की लाली तो कंब, जिस तरह आकाश दे विच एक दिन का जो सूरज की चढ़ा की लाली है वो दिन चढ़न का प्रतीक है, ठीक इस तरह ये लाली जड़ी है तेरे अधीन काम करने वाले जो लोग हैं उन्हों दियां अखां दे विच हर शाम उतरती है। हर शाम क्यों उतरती है? क्योंकि सारा दिन हड्ड भनवी मेहनत करने के बावजूद भी शाम को जो उन्होंने पिड़ पल्ले कुछ नहीं पैंदा तो वो सोचते हैं इन्होंने गलों के बारे कि क्यों जो पूंजीपति है, जो धनाड़ है, वेला रहने के बावजूद भी निरंतर दौलत के अंबार उसारी जा रहा है और असी हक सच की निरंतर मेहनत करने के बावजूद भी ढिडों भुखे ही सौंदे हाँ। तेरे कोचवान के अंग हर ऊषा के जागण सार सोचते ने कद पलटेगी उसकी तकदीर। तेरे घोड़े की दा जो कोचवान है तेरे रथ का, उसके दिलो दिमाग दे विच भी जदों तड़के उठता है, भाव वो सब तो पहला उठ के तेरे लिए जो है मेहनत करता है तो सब तो लेट सौंदा है। तो वह भी जो तड़के उठता है तो वह भी सोचता है, उसके दिमाग दे विच भी ये विचार आते हैं कि कद पलटेगी उसकी तकदीर। इत्थे प्रश्न चिन्ह लाया है कवि ने, भाव जो किरती वर्ग है वो हुण अपने हकों के प्रति जागरूक होने लग पिया है। वो सोचता है कि जो धनाड़ हैं उन्हां नालों साडे नालों उन्हां दे विच वखरा की है कि वो वेले रह के भी चंगा जीवन जिउंदे हैं और असी सारा दिन हड्ड भनवी मेहनत करने के बावजूद भी जो है बड़ा मुश्किलां भरिया जीवन जीव रहे हैं। ये विचार उन्होंने हिरदियां दे विच पैदा होने शुरू हो गए हैं, उन्होंने दिमाग में आने शुरू हो गए हैं, जो इस गल का संकेत है कि वो लोग हुण जागरूक होण लग पे हैं और एक दिन वो अपने हक जरूर लैके रहणगे। इसलिए कवि कह रहा है ते कंब कंब हे पूंजीपतियो धनाडो, हे सरमाएदारो जगीरदारो, तुहानू कंबना चाहिए है, डरना चाहिए है। क्रांति हुंदी है पई अपनी करवट लई प्यार। क्योंकि जदों किसी के हिरदे दे विच अजिहे विचार पैदा हो जान कि वो इन्नी जो है दुखा भरी या तसीहा भरी जिंदगी क्यों जी रहा है, तो ये विचार जो है पैदा होना एक तरह के नाल उन्हां दी जिंदगी दे विच आउण वाले परिवर्तन का बदलाव का सबूत है। इसलिए कवि कह रहा है कि धनाडो तुहानू कंबना चाहिए है, क्रांति हुंदी है पई अपनी करवट लई प्यार। ये लोग जिहड़े ने इन्हां दे हिरदियां विच जागरूकता आ रही है जो कि क्रांति का प्रतीक है और एक करवट लैणगे, भाव एक तरह के नाल तड़थली मचाउणगे, हेठों उत्ते कर देणगे, भाव ये अपने हक लैके ही जो है चैन लैणगे। इसलिए इस तो पहला कि इन्हों कोई सख्त कदम चुकना पवे, तुहानू अपने आप ही इन्हां दे नाल न्याय करन दी सोच अपने हिरदियां विच पैदा करनी चाहिए है। सो इस तरह इस कविता दे विच कवि प्रीतम सिंह सफीर ने जो धनाड़ वर्ग है, जो सरमाएदारी शक्तियां हैं, उन्होंने संबोधित करदियां होया जो किरती वर्ग है उन्होंने हकों का शोषण करन तो बाज आउण दे लई उन्होंने एक इशारा किया है इस कविता दे विच। उम्मीद है कि विद्यार्थियों को ये कविता पूरी तरह स्पष्ट हो गई होगी। सो मिलांगे अगला लैक्चर लैके, तद तक लई इजाजत। इस वीडियो को वेखते रहना तो होर भी विद्यार्थी साथियों के नाल साझे करते रहना और प्लेलिस्ट के विच जाके इस तो पहला जारी किए गए लैक्चर भी जरूर सुन लेना तां जो तुहानू अपने सिलेबस बारे संपूर्ण जानकारी हासिल हो सके। सो मिलते हाँ अगले लैक्चर के विच, तद तक लिए इजाजत, धन्यवाद।